ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ। ਮੇਰ ਕਰੋ ਤ੍ਰਿਣ ਤੇ ਮੋਹਿ ਜਾਹਿ, ਗਰੀਬਨ ਨਿਵਾਜ ਨਾ ਦੂਸਰ ਤੋ ਸੋ। ਭੂਲ ਸਿਮੋ ਹਮਰੀ ਪ੍ਰਭ ਆਪ, ਨਾ ਭੂਲਣ ਹਾਰ ਕਹੂੰ ਕੋ ਮੋਸੋ। ਸੇਵ ਕਰੀ ਤੁਮਰੀ ਤੈਨ ਕੀ, ਸਭ ਹੀ ਗ੍ਰਹਿ ਦੇਖਿਆਤ ਦਰਬ ਪਰੋਸੋ। ਜਾ ਕਲ ਮੈਂ ਸਭ ਕਾਲ ਕਿਰਪਾਨ ਕੀ, ਭਾਰੀ ਪੂਜਾਨ ਕੋ ਭਾਰੀ ਪਰੋਸੋ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ, ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਮੂਕ ਉਚਰੈ ਸ਼ਾਸਤਰ ਖਟ, ਪਿੰਗ ਗਿਰਨ ਚੜ ਜਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਅੰਧ ਲਖੈ ਬਦਰੋ ਸੁਣੈ, ਜੋ ਕਾਲ ਕਿਰਪਾ ਕਰਾਏ। ਸਤਨਾਮ ਸ੍ਰੀ ਵਾਹਿਗੁਰੂ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਰਾਗ ਆਸਾ ਮਹੱਲਾ ਪਹਿਲਾ। ਘਰ ਪਹਿਲਾ ਸੋ ਦਰ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੁਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਸੋ ਦਰ ਕਿਹਾ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸੁਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸੋ ਕਹੀਐ, ਕੇਤੇ ਤੇਰੇ ਗਾਵਣ ਆਰੇ। ਗਾਵਨ ਤੁਧਨੋ ਪਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਪਉਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ ਸਮਾਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤ ਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ। ਆਪ ਸੰਗਤਾਂ
ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਪਿੱਛੇ ਗੌੜੀ ਰਾਗ ਸੰਪੂਰਨ ਹੋਇਆ ਹੈ। ਅੱਗੇ ਆਸਾ ਰਾਗ ਆਰੰਭ ਹੋ ਰਿਹਾ ਹੈ। ਜਿੱਥੋਂ ਤੱਕ ਆਸਾ ਰਾਗ ਦਾ ਸੰਬੰਧ ਹੈ, ਗੁਰਮਤਿ ਸੰਗੀਤ ਤੋਂ ਇਲਾਵਾ ਇਸ ਰਾਗ ਦਾ ਹੋਰ ਕਿਧਰੇ ਜ਼ਿਕਰ ਨਹੀਂ ਮਿਲਦਾ। ਇਸ ਲਈ ਗੁਰਸਿੱਖ ਵਿਦਵਾਨਾਂ ਨੇ ਖੋਜ ਕਰਕੇ ਇਹ ਸਿੱਟਾ ਕੱਢਿਆ ਹੈ। ਇਹ ਆਸਾ ਰਾਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਆਪਣਾ ਹੀ ਸਿਰਜਿਆ ਸਵਾਰਿਆ ਹੋਇਆ ਰਾਗ ਹੈ। ਇਸ ਰਾਗ ਦੇ ਨਾਲ ਗੁਰੂ ਬਾਬੇ ਦਾ ਅਤੀ ਸਨੇਹ ਸੀ, ਜਿਸ ਦੀ ਮਿਸਾਲ ਇਤਿਹਾਸ ਦੁਆਰਾ ਵੀ ਮਿਲਦੀ ਹੈ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ, ਕਿਉਂਕਿ ਆਸਾ ਜੀ ਦੀ ਵਾਰ ਆਸਾ ਰਾਗ ਦੇ ਵਿੱਚ ਹੀ ਉਚਾਰਨ ਕੀਤੀ ਹੋਈ ਹੈ। ਉਹ ਆਸਾ ਦੀ ਵਾਰ ਦਾ ਕੀਰਤਨ ਹਮੇਸ਼ਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪ ਕਰਦੇ ਵੀ ਤੇ ਭਾਈ ਮਰਦਾਨੇ ਪਾਸੋਂ ਸੁਣਦੇ ਵੀ। ਪਰ ਗੁਰੂ ਨਾਨਕ ਕਾਲ ਦੇ ਅੰਦਰ ਕੇਵਲ ਪੌੜੀਆਂ ਦਾ ਹੀ ਕੀਰਤਨ ਕੀਤਾ ਜਾਂਦਾ ਸੀ। ਮਹਾਂਪੁਰਖ ਦੱਸਦੇ ਹਨ, ਫਿਰ ਜਦੋਂ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਤੇ ਨਾਲ ਹੀ ਪਾਵਨ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਕੀਤਾ, ਤਾਂ ਉਸ ਵੇਲੇ ਜੋ ਸ੍ਰੀ ਆਸਾ ਜੀ ਦੀ ਵਾਰ ਦਾ ਸਰੂਪ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈ, ਜਿਸ ਨੂੰ ਤਰਤੀਬ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਆਪ ਦਿੱਤੀ, ਉਹ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਆਰੰਭ ਹੋਇਆ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਜਿਹੜੇ ਸ੍ਰੀ ਆਸਾ ਜੀ ਦੀ ਵਾਰ ਦੇ ਨਾਲ ਸ਼ੰਤ ਪੜ੍ਹੇ ਜਾਂਦੇ ਨੇ, ਜਿਨ੍ਹਾਂ ਨੂੰ ਰਾਗੀ ਸਿੰਘ ਛੱਕੇ ਵੀ ਆਖਦੇ ਹਨ, ਉਹਨਾਂ ਦਾ ਵੀ ਕੀਰਤਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਆਰੰਭ ਹੋਇਆ ਸੀ। ਬਾਕੀ ਮਹਾਂਪੁਰਖ ਦੱਸਦੇ ਸਨ, ਸ੍ਰੀ ਆਸਾ ਜੀ ਦੀ ਵਾਰ ਦੇ ਅੰਦਰ ਜੋ ਸ਼ਬਦਾਂ ਦਾ ਕੀਰਤਨ ਹੈ, ਉਹ ਛੇਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਰੰਭ ਕੀਤਾ ਸੀ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਕੇਵਲ ਪੌੜੀਆਂ ਦਾ ਕੀਰਤਨ ਸੀ। ਚੌਥੇ ਪਾਤਸ਼ਾਹ ਨੇ ਸ਼ੰਤ ਉਚਾਰਨ ਕੀਤੇ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਸਾਰੀ ਬਾਣੀ ਨੂੰ ਤਰਤੀਬ ਦਿੱਤੀ। ਫਿਰ ਉਹਨਾਂ ਨੇ ਸ੍ਰੀ ਆਸਾ ਜੀ ਦੀ ਵਾਰ ਦਾ ਜੋ ਸਹੀ ਰੂਪ ਹੈ, ਉਹਨੂੰ ਕੀਰਤਨ ਦੁਆਰਾ ਗਾਇਨ ਕਰਨ ਦਾ ਹੁਕਮ ਕੀਤਾ ਤੇ ਨਾਲ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਤ ਉਚਾਰਨ ਦਾ ਵੀ ਹੁਕਮ ਕੀਤਾ ਤੇ ਫਿਰ ਹੌਲੀ ਹੌਲੀ ਸ਼ਬਦਾਂ ਦਾ ਉਚਾਰਨ ਵੀ ਆਰੰਭ ਹੋਇਆ। ਇਹ ਆਸਾ ਰਾਗ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਤੀ ਪਿਆਰਾ ਰਾਗ ਸੀ ਅਤੇ ਸੰਧਿਆ ਦੇ ਸਮੇਂ ਵੀ ਸੋਦਰ ਦੀ ਚੌਂਕੀ ਲੱਗਦੀ ਹੈ, ਉਹ ਵੀ ਸ੍ਰੀ ਆਸਾ ਜੀ ਦੀ, ਉਹ ਵੀ ਆਸਾ ਰਾਗ ਦੇ ਨਾਲ ਹੀ ਸੰਬੰਧਿਤ ਹੈ। ਜਦੋਂ ਆਪਾਂ ਇਸ ਸੋਦਰ ਬਾਣੀ ਦੀ ਵਿਚਾਰ ਕਰਦੇ ਹਾਂ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਥਾਂ ਤੇ ਸੋਦਰ ਲਿਖਿਆ ਪ੍ਰਾਪਤ ਹੁੰਦਾ ਹੈ। ਸਭ ਤੋਂ ਪਹਿਲਾਂ ਜਪਜੀ ਸਾਹਿਬ ਬਾਣੀ ਦੇ ਵਿੱਚ ਸੋਦਰ ਦੀ ਪੌੜੀ ਆਉਂਦੀ ਹੈ। 27ਵੀਂ ਪੌੜੀ ਹੈ, ਸੋ ਦਰ ਕੀਹਾ ਸੋ ਕਰ ਕੀਹਾ ਜਿਤ ਬੈ ਸਰਬ ਸੰਭਾਲੇ। ਔਰ ਦੂਸਰੇ ਨੰਬਰ ਤੇ ਜਦੋਂ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਹੁੰਦਾ ਹੈ, ਉਸ ਵੇਲੇ ਸੋਦਰ ਦੀ ਚੌਂਕੀ ਲੱਗਦੀ ਹੈ, ਸੋਦਰ ਦਾ ਗਾਇਨ ਕੀਤਾ ਜਾਂਦਾ ਹੈ। ਔਰ ਉਹ ਸੋਦਰ ਆਸਾ ਰਾਗ, ਉਹਦੇ ਆਰੰਭ ਦੇ ਵਿੱਚ ਸੋਦਰ ਰਾਗ ਆਸਾ ਮਹੱਲਾ ਪਹਿਲਾ ਲਿਖਿਆ।
ਤੀਜਾ ਸੋਦਰ ਇਹ ਹੈ ਜੋ ਆਸਾ ਰਾਗ ਦੇ ਆਰੰਭ ਦੇ ਵਿੱਚ ਲਿਖਿਆ ਗਿਆ ਹੈ। ਪਰ ਇਹਨਾਂ ਤਿੰਨੇ ਹੀ ਥਾਵਾਂ ਤੇ ਜਿਵੇਂ ਸੋਦਰ ਲਿਖਿਆ ਹੈ, ਇਹਦੇ ਵਿੱਚ ਕੁਝ ਅੱਖਰਾਂ ਦਾ ਤੇ ਮਾਤਰਾ ਦਾ ਅੰਤਰ ਵੀ ਹੈ। ਪਰ ਇਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ, ਜਿਹੜਾ ਜਪਜੀ ਸਾਹਿਬ ਵਾਲਾ ਸੋਦਰ ਹੈ ਉਹ ਸਿੱਧਾਂ ਦੇ ਨਾਲ ਪ੍ਰਸ਼ਨੋਤਰੀ ਵਿਚਾਰ ਹੁੰਦਿਆਂ ਉਚਾਰਨ ਕੀਤਾ ਗਿਆ, ਤੇ ਜਿਹੜਾ ਸ਼੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੇ ਆਰੰਭ ਦੇ ਵਿੱਚ ਸੋਦਰ ਪੜ੍ਹਿਆ ਜਾਂਦਾ ਹੈ, ਉਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੱਚਖੰਡ ਦੇ ਵਿੱਚ ਜਾ ਕੇ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਉਚਾਰਨ ਕੀਤਾ। ਇਹ ਸੋਦਰ ਜਿਸ ਦੀ ਵਿਚਾਰ ਸੰਗਤਾਂ ਨੇ ਸਰਵਣ ਕਰਨੀ ਹੈ। ਜਦੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਸੱਚਖੰਡ ਤੋਂ ਵਾਪਸ ਆਏ, ਇਹ ਸੁਲਤਾਨਪੁਰ ਦੀ ਘਟਨਾ ਹੈ। ਇੱਕ ਦਿਨ ਅੰਮ੍ਰਿਤ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਈ ਨਦੀ ਵਿੱਚ ਇਸ਼ਨਾਨ ਕਰਨ ਵਾਸਤੇ ਗਏ, ਪਰ ਵਾਪਸ ਮੁੜ ਕੇ ਨਾ ਆਏ। ਤੀਜੇ ਦਿਨ ਫੇਰ ਪ੍ਰਗਟ ਹੋਏ ਹਨ। ਇਸ ਗੱਲ ਦੀ ਲੋਕਾਂ ਵਿੱਚ ਬੜੀ ਚਰਚਾ ਹੋਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ 3 ਦਿਨ ਕਿੱਥੇ ਰਹੇ? ਬਹੁਤੇ ਲੋਕਾਂ ਨੇ ਤਾਂ ਇਹੀ ਸਮਝ ਲਿਆ ਸੀ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸ਼ਾਇਦ ਬੇਈ ਨਦੀ ਵਿੱਚ ਡੁੱਬ ਗਏ ਨੇ ਜਾਂ ਰੁੜ ਗਏ ਹਨ, ਪਰ ਉਹ ਤੇ ਆਪ ਨਿਰੰਕਾਰ ਸਰੂਪ ਸਨ। ਪੈ ਵਿੱਚ ਪਵਨ ਵਹਿ ਸਦ ਵਾਓ, ਪੈ ਵਿੱਚ ਚੱਲਣ ਲੱਖ ਦਰਿਆਓ। ਜਿਨ੍ਹਾਂ ਦੇ ਭੈ ਦੇ ਵਿੱਚ ਹਵਾ ਤੇ ਪੌਣ ਪਾਣੀ ਸਾਰੇ ਤੱਤ ਚੱਲਦੇ ਨੇ, ਉਹ ਭਲਾ ਕਿਵੇਂ ਡੁੱਬ ਸਕਦੇ ਸਨ? ਤੀਜੇ ਦਿਨ ਜਦੋਂ ਸਤਿਗੁਰੂ ਪ੍ਰਗਟ ਹੋਏ, ਗੁਰੂ ਮਹਾਰਾਜ ਦੀ ਵੱਡੀ ਭੈਣ ਬੇਬੇ ਨਾਨਕੀ ਉਹ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸਾਂ ਕਰ ਰਹੀ ਸੀ ਕਿ ਹੇ ਅਕਾਲ ਪੁਰਖ ਵਾਹਿਗੁਰੂ, ਮੇਰੇ ਵੀਰ ਗੁਰੂ ਨਾਨਕ ਨੂੰ ਇੱਕ ਵਾਰੀ ਭੇਜ। ਤੇ ਫਿਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੀ ਪਠਾਇਆ, ਤੇ ਉਹਨੂੰ ਫਿਰ ਦੁਬਾਰਾ ਸੰਸਾਰ ਦੇ ਵਿੱਚ ਭੇਜਿਆ। ਇਤਿਹਾਸ ਤੇ ਬਹੁਤ ਲੰਬਾ ਹੈ। ਬੇਬੇ ਨਾਨਕੀ ਜੀ ਨੂੰ ਆ ਕੇ ਜਦੋਂ ਸਤਿਗੁਰੂ ਮਿਲੇ, ਤੇ ਬੇਬੇ ਨਾਨਕੀ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਸੱਚੇ ਪਾਤਸ਼ਾਹ ਤੁਸੀਂ ਕਿੱਥੇ ਗਏ ਸੀ? ਕਿਉਂਕਿ 3 ਦਿਨ ਤੱਕ ਤੁਹਾਨੂੰ ਸਾਰੇ ਲੋਕ ਭਾਲਦੇ ਰਹੇ, ਤੁਹਾਡਾ ਕੁਝ ਵੀ ਪਤਾ ਨਹੀਂ ਲੱਗਿਆ। ਤਾਂ ਉਸ ਵੇਲੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਸੱਚੋ ਸੱਚ ਦੱਸਿਆ। ਕਹਿਣ ਲੱਗੇ, ਭੈਣ ਜੀ ਭਾਵੇਂ ਹੁੰਦੀਆਂ ਤੇ ਗੁਪਤ ਗੱਲਾਂ ਨੇ, ਪਰ ਅਸੀਂ ਤੁਹਾਡੇ ਪਾਸੋਂ ਕੁਝ ਵੀ ਛੁਪਾ ਕੇ ਨਹੀਂ ਰੱਖਦੇ, ਕਿਉਂਕਿ ਤੁਹਾਡੇ ਮਨ ਦੇ ਵਿੱਚ ਬੜੀ ਸੱਚੀ ਸੁੱਚੀ ਭਾਵਨਾ ਹੈ। ਤੁਸੀਂ ਸਾਨੂੰ ਆਪਣਾ ਵੀਰ ਨਹੀਂ, ਬਲਕਿ ਤੁਸੀਂ ਸਾਨੂੰ ਅਸਲੀ ਰੱਬ ਰੂਪ ਦੇ ਵਿੱਚ ਦੇਖਦੇ ਹੋ। ਇਸ ਲਈ ਤੁਹਾਨੂੰ ਸੱਚ ਹੀ ਕਹਿਣਾ ਪਵੇਗਾ। ਸਤਿਗੁਰੂ ਕਹਿਣ ਲੱਗੇ, ਅਸੀਂ ਆਪਣੇ ਪਿਆਰੇ ਅਕਾਲ ਪੁਰਖ ਦੇ ਪਾਸ ਗਏ ਸਾਂ। ਤੇ ਬੇਬੇ ਜੀ ਨੂੰ ਬੜੀ ਉਤਸੁਕਤਾ ਪੈਦਾ ਹੋਈ। ਕਹਿਣ ਲੱਗੇ, ਅੱਛਾ ਤੁਸੀਂ ਰੱਬ ਦੇ ਦਰਸ਼ਨ ਕਰਨ ਵਾਸਤੇ ਗਏ ਸੀ? ਹਾਂ, ਅਸੀਂ ਰੱਬ ਦੇ ਦਰਸ਼ਨ ਕਰਨ ਵਾਸਤੇ ਗਏ ਸੀ। ਫਿਰ ਮੈਨੂੰ ਦੱਸੋ ਉਹਦਾ ਦਰ ਘਰ ਕਿਹੋ ਜਿਹਾ ਸੀ? ਤਾਂ ਹਜ਼ੂਰ ਨੇ ਇਹ ਪਵਿੱਤਰ ਸੋਦਰ ਉਚਾਰਨ ਕੀਤਾ। ਇਹਨੂੰ ਇਸ ਦੀ ਇਹ ਉਥਾਨਕਾ ਹੈ। ਆਰੰਭ ਦੇ ਵਿੱਚ ਸਤਿਗੁਰੂ ਮੰਗਲਾਚਰਨ ਲਿਖਦੇ ਹਨ, ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇਹ ਜਿਹੜਾ ਮੰਗਲਾਚਰਨ ਹੈ, ਇਸ ਨੂੰ ਜਨਮ ਸਾਖੀ ਦੇ ਅਨੁਸਾਰ ਮਹਾਮੰਤਰ ਆਖਿਆ ਜਾਂਦਾ ਹੈ। ਇਹ ਮਹਾਮੰਤਰ ਨਾਨਕ ਕਥਾ ਹਰ ਕੇ ਗੁਣ ਗਾਈ, ਬਾਣੀ ਵਿੱਚ ਵੀ ਮਹਾਮੰਤਰ ਦਾ ਜ਼ਿਕਰ ਆਇਆ ਹੈ। ਇਹ ਅਕਾਲ ਪੁਰਖ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਬਖਸ਼ਿਸ਼ ਕੀਤਾ। ਫਿਰ ਇਸ ਤੋਂ ਅੱਗੇ ਜਿਹੜਾ ਜਪ, ਜਿੱਥੇ ਜਪਜੀ ਸਾਹਿਬ ਦੇ ਆਰੰਭ ਦੇ ਵਿੱਚ ਸ਼ਬਦ ਲਿਖਿਆ ਹੈ, ਉਸ ਤੋਂ ਅਗਲਾ ਜਿਹੜਾ ਉਹ ਸ਼ਲੋਕ ਹੈ, ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇਹ ਗੁਰੂ ਨਾਨਕ ਸਾਹਿਬ ਜੀ ਨੇ ਇਹਦੇ ਨਾਲ ਜੋੜਿਆ।
ਇਸ ਲਈ ਇੱਕ ਓੰਕਾਰ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਮੂਲ ਮੰਤਰ ਹੈ। ਗੁਰਪ੍ਰਸਾਦ ਤੱਕ ਮਹਾ ਮੰਤਰ ਹੈ। ਇੱਕ ਓੰਕਾਰ ਬੀਜ ਰੂਪ ਮੰਤਰ ਹੈ ਅਤੇ ਜਪਜੀ ਸਾਹਿਬ ਮਾਲਾ ਮੰਤਰ ਹੈ ਤੇ ਗੁਰ ਮੰਤਰ ਵਾਹਿਗੁਰੂ ਮੰਤਰ ਹੈ। ਇਉਂ ਮਹਾਂਪੁਰਖ ਇਹਨਾਂ ਮੰਤਰਾਂ ਦੀ ਵਿਚਾਰ ਦੱਸਦੇ ਸਨ। ਲੋ ਇੱਥੇ ਮਹਾ ਮੰਤਰ ਰੂਪ ਦੇ ਵਿੱਚ ਮੰਗਲਾਚਰਨ ਹਜ਼ੂਰ ਨੇ ਲਿਖਿਆ ਹੈ। ਇੱਕ ਓੰਕਾਰ, ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਹੈ। ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਸਤ ਨਾਸ ਤੋਂ ਰਹਿਤ, ਨਾਮ ਪ੍ਰਸਿੱਧ, ਕਰਤਾ ਪੁਰਖ, ਸਿਰਜਣਹਾਰ ਤੇ ਵਿਆਪਕ ਸਰੂਪ, ਨਿਰਭਉ ਭੈ ਤੋਂ ਰਹਿਤ, ਨਿਰਵੈਰ ਵੈਰ ਤੋਂ ਮੁਕਤ, ਅਕਾਲ ਮੂਰਤ, ਕਾਲ ਤੋਂ ਰਹਿਤ ਹਸਤੀ, ਅਜੂਨੀ, ਉਹ ਕਦੇ ਜੂਨਾ ਵਿੱਚ ਨਹੀਂ ਆਉਂਦਾ, ਸਹਿਪੰਗ ਸੁਤੇ ਪ੍ਰਕਾਸ਼ ਰੂਪ, ਗੁਰਪ੍ਰਸਾਦ, ਉਹ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਰਾਗ ਆਸਾ ਮਹੱਲਾ ਪਹਿਲਾ, ਘਰ ਪਹਿਲਾ ਸੋ ਦਰ। ਰਾਗ ਆਸਾ ਦੇ ਵਿੱਚ ਮਹੱਲਾ ਪਹਿਲਾ, ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਆਰੰਭ ਹੋ ਰਹੀ ਹੈ। ਘਰ ਪਹਿਲਾ, ਪਹਿਲੇ ਘਰ ਸੁਰਤਾਲ ਦੇ ਵਿੱਚ ਇਸ ਨੂੰ ਗਾਵਿਆ ਹੈ। ਸੋ ਦਰ, ਸੋ ਦਰ ਇਸ ਬਾਣੀ ਦਾ ਨਾਮ ਹੈ ਵੀ ਉਸ ਵਾਹਿਗੁਰੂ ਦੇ ਦਰ ਦਾ ਜ਼ਿਕਰ ਜਿਸ ਦੇ ਵਿੱਚ ਕੀਤਾ ਗਿਆ, ਉਸ ਦਾ ਨਾਮ ਹੈ ਸੋ ਦਰ। ਇਹ ਜਿਹੜਾ ਹੈਡਿੰਗ ਲਿਖਿਆ ਹੈ, ਇਹਦੇ ਬਾਰੇ ਵੀ ਕੁਝ ਨਵੀਨ ਗੁਰਸਿੱਖ ਵਿਦਵਾਨਾਂ ਨੇ ਖੋਜ ਕੀਤੀ ਹੈ। ਜਿਹੜੀ ਜਪਜੀ ਸਾਹਿਬ ਦੇ ਵਿੱਚ ਸੋਦਰ ਦੀ ਪੌੜੀ ਹੈ, ਉੱਥੇ ਮਹੱਲੇ ਦਾ ਜ਼ਿਕਰ ਨਹੀਂ, ਨਾ ਹੀ ਉੱਥੇ ਹੈਡਿੰਗ ਕੋਈ ਲਿਖਿਆ ਮਿਲਦਾ। ਤੇ ਜਿਹੜਾ ਰਹਿਰਾਸ ਸਾਹਿਬ ਜੀ ਦੇ ਆਰੰਭ ਦੇ ਵਿੱਚ ਸੋਦਰ ਲਿਖਿਆ ਹੈ, ਉਹਦੇ ਵਿੱਚ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇੰਨਾ ਹੈਡਿੰਗ ਲਿਖਿਆ। ਪਰ ਇੱਥੇ ਘਰ ਪਹਿਲਾ ਇੱਕ ਵਿਸ਼ੇਸ਼ ਵਿਲੱਖਣਤਾ ਦਾ ਪ੍ਰਤੀਕ ਹੈ। ਇਸ ਸੋਦਰ ਦੇ ਉੱਤੇ ਘਰ ਪਹਿਲੇ ਦਾ ਵੀ ਸਤਿਗੁਰੂ ਨੇ ਜ਼ਿਕਰ ਕੀਤਾ ਹੈ। ਇਸ ਲਈ ਥੋੜ੍ਹਾ ਜਿਹਾ ਸੁਰ ਤਾਲ ਦਾ ਵੀ ਇਹਦੇ ਵਿੱਚ ਫਰਕ ਹੈ। ਜਿੱਥੇ ਘਰ ਪਹਿਲਾ ਆ ਗਿਆ, ਸੁਰ ਤਾਲ ਦਾ ਵਾਚਕ ਸਮਝਣਾ। ਇਸੇ ਲਈ ਜਪਜੀ ਸਾਹਿਬ ਦੇ ਸੋਦਰ ਤੇ ਰਹਿਰਾਸ ਸਾਹਿਬ ਵਾਲੇ ਸੋਦਰ ਦੇ ਨਾਲੋਂ ਕੁਝ ਅੱਖਰਾਂ ਤੇ ਲਗਾ ਮਾਤਰਾਂ ਦੇ ਇਹਦੇ ਵਿੱਚ ਭੇਦ ਵੀ ਆਏ ਨੇ। ਲਓ ਸੰਗਤਾਂ, ਇਹਦੀ ਵਿਚਾਰ ਸੁਣੋ ਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਸੰਬੋਧਨ ਕਰਕੇ ਉਚਾਰਨ ਕਰ ਰਹੇ ਹਨ। ਹੇ ਵਾਹਿਗੁਰੂ ਜੀ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਉਹ ਤੇਰਾ ਦਰ ਕਿਹੋ ਜਿਹਾ ਹੈ ਤੇ ਉਹ ਘਰ ਕਿਹੋ ਜਿਹਾ ਹੈ, ਜਿਤ ਬੈ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ। ਤੇਰਾ ਉਹ ਦਰ ਤੇ ਘਰ ਕਿਹੋ ਜਿਹਾ ਹੈ। ਇਹ ਜਿਹੜਾ ਕਿਹਾ ਸ਼ਬਦ ਹੈ ਨਾ, ਇਹ ਇੱਕ ਪ੍ਰਸ਼ਨਵਾਚਕ ਸ਼ਬਦ ਵੀ ਹੁੰਦਾ ਹੈ ਤੇ ਦੂਸਰਾ ਇਹ ਕਿਹਾ ਸ਼ਬਦ ਹੈਰਾਨੀ ਜਨਕ ਵੀ ਹੁੰਦਾ ਹੈ, ਵਿਸਮਾਦ ਜਨਕ ਵੀ ਸ਼ਬਦ ਮੰਨਿਆ। ਜਿਵੇਂ ਆਪਾਂ ਆਮ ਹੀ ਕਈ ਵਾਰੀ ਇਹ ਸ਼ਬਦ ਵਰਤਦੇ ਹਾਂ ਵੀ ਕਿੰਨਾ ਸੋਹਣਾ ਹੈ, ਕਿਹੋ ਜਿਹਾ ਸੋਹਣਾ ਹੈ, ਉਹ ਕਿਹਾ ਵਿਸਮਾਦ ਜਨਕ ਸ਼ਬਦ ਵੀ ਹੈ। ਇਸ ਲਈ ਇੱਥੇ ਪ੍ਰਸ਼ਨਵਾਚਕ ਨਾ ਸਮਝ ਕੇ ਸੋ ਦਰ ਤੇਰਾ ਕਿਹਾ, ਹੇ ਵਾਹਿਗੁਰੂ ਤੇਰਾ ਉਹ ਦਰ ਕਿਹਾ ਸੁੰਦਰ ਹੈ, ਕੈਸਾ ਅਚਰਜ ਹੈ, ਇਹ ਅਰਥ ਵਧੇਰੇ ਟੁਕਦਾ ਹੈ। ਸੋ ਘਰ ਕਿਹਾ, ਉਹ ਤੇਰਾ ਘਰ ਕਿਹੋ ਜਿਹਾ ਹੈ, ਕਿੰਨਾ ਅਚਰਜ ਹੈ, ਕਿੰਨਾ ਸੁੰਦਰ ਹੈ, ਇਹਦੇ ਬਾਰੇ ਕੁਝ ਵੀ ਨਹੀਂ ਕੋਈ ਬਿਆਨ ਕਰ ਸਕਦਾ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ। ਹੁਣ ਜਿੱਥੋਂ ਤੱਕ ਦਰ ਘਰ ਦਾ ਜ਼ਿਕਰ ਹੈ, ਇਹਦੇ ਬਾਰੇ ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਵੀ ਕੀਤੇ ਨੇ। ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ, ਉਹ ਦਰ ਕਿਹੜਾ ਹੈ? ਸਾਧ ਸੰਗਤ ਦਰ ਹੈ, ਉਹ ਕਿੰਨਾ ਅਚਰਜ ਹੈ। ਸੋ ਕਰ ਕਿਹਾ, ਤੇ ਸਾਧ ਸੰਗਤ ਦੁਆਰਾ ਅੱਗੇ ਸੱਚਖੰਡ ਦੀ ਪ੍ਰਾਪਤੀ ਹੁੰਦੀ, ਉਹ ਘਰ ਸੱਚਖੰਡ ਕਿਹੋ ਜਿਹਾ, ਉਹ ਵੀ ਬੜਾ ਅਚਰਜ ਹੈ।
ਤੇ ਦੂਜਾ ਅਰਥ ਇਹ ਵੀ ਵਿਦਵਾਨਾਂ ਨੇ ਕੀਤਾ, ਸੋ ਦਰ ਕਿਹਾ। ਦਰ ਕੀ ਹੈ? ਸੰਸਾਰ। ਇਹ ਸੰਸਾਰ ਰੂਪੀ ਤੇਰਾ ਦਰ ਕਿਹੋ ਜਿਹਾ ਹੈ? ਇਹ ਵੀ ਬੜਾ ਅਚਰਜ ਹੈ। ਸੋ ਕਰ ਕਿਹਾ, ਤੇ ਜਿਹੜਾ ਪਰਲੋਕ ਰੂਪੀ ਘਰ ਹੈ, ਕਿਉਂਕਿ ਇੱਕ ਆਹ ਸੰਸਾਰ ਹੈ, ਇੱਕ ਪਰਲੋਕ ਵੀ ਹੈ, ਉਹ ਤੇਰਾ ਪਰਲੋਕ ਰੂਪੀ ਘਰ ਵੀ ਕਿਹਾ ਕਿਹੋ ਜਿਹਾ ਹੈ? ਭਾਵ ਅਤੀ ਅਚਰਜ ਰੂਪ ਹੈ। ਅਤੇ ਇਸੇ ਤਰ੍ਹਾਂ ਤੀਜਾ ਅਰਥ ਇਹ ਵੀ ਕੀਤਾ ਹੈ, ਇਹ ਜਿਹੜਾ ਸਰੀਰ ਹੈ, ਇਹ ਇੱਕ ਜਿਹੜਾ ਇਹਦਾ ਵਾਕ ਇੰਦਰੀਆ ਹੈ, ਭਾਵ ਮੂੰਹ ਹੈ, ਉਹ ਇਸ ਦਾ ਦਰ ਹੈ, ਜਿਸ ਦੇ ਰਾਹੀਂ ਅੰਨ ਭੋਜਨ ਆਪਾਂ ਛਕਦੇ ਹਾਂ। ਇਹ ਮੁੱਖ ਰੂਪੀ ਦਰ, ਇਹ ਵੀ ਕਿਹੋ ਜਿਹਾ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ ਹੈ। ਤੇ ਸੋ ਕਰ ਕਿਹਾ, ਤੇ ਘਰ ਤੋਂ ਮੁਰਾਦ ਹੈ ਸਾਡਾ ਹਿਰਦਾ, ਸਾਡਾ ਹਿਰਦਾ, ਸਾਡਾ ਅੰਤःਕਰਨ। ਉਹ ਵੀ ਕੈਸਾ ਅਚਰਜ ਵਾਹਿਗੁਰੂ ਪਰਮੇਸ਼ਰ ਨੇ ਬਣਾਇਆ। ਅਥਵਾ ਸੋ ਦਰ ਕਿਹਾ, ਸੋ ਕਰ ਕਿਹਾ। ਦਰ ਦਾ ਅਰਥ ਗਿਆਨ ਵੀ ਕੀਤਾ, ਕਿਉਂਕਿ ਗਿਆਨ ਦੁਆਰਾ ਵਾਹਿਗੁਰੂ ਦੀ ਪ੍ਰਾਪਤੀ ਜੋ ਮੰਨੀ ਹੈ। ਸੋ ਦਰ ਕਿਹਾ, ਸੋ ਦਰ ਤੇਰਾ ਕਿਹਾ, ਸੋ ਕਰ ਕਿਹਾ। ਹੇ ਵਾਹਿਗੁਰੂ ਜੀ, ਉਹ ਤੇਰਾ ਗਿਆਨ ਰੂਪੀ ਦਰ। ਗਿਆਨ ਦੋ ਪ੍ਰਕਾਰ ਦਾ ਹੈ, ਇੱਕ ਪ੍ਰੋਖ ਗਿਆਨ ਹੈ, ਦੂਸਰਾ ਅਪਰੋਕਸ਼ ਗਿਆਨ ਹੈ। ਇਸ ਲਈ ਉਹ ਤੇਰਾ ਗਿਆਨ ਰੂਪੀ ਦਰ ਕਿਹਾ ਅਚਰਜ ਹੈ, ਉਹ ਵੀ ਵਿਸਮੈ ਜਨਕ ਹੈ। ਸੋ ਕਰ ਕਿਹਾ, ਉਸ ਗਿਆਨ ਦੁਆਰਾ ਜਿਹੜੀ ਸਵੈ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਉਹ ਕਰ ਕਿਹੋ ਜਿਹਾ ਹੈ? ਉਹ ਵੀ ਬੜਾ ਹੈਰਾਨੀ ਜਨਕ ਹੈ। ਜਿਤ ਬਹਿ ਸਰਬ ਸੰਭਾਲੇ, ਜਿੱਥੇ ਬੈਠ ਕੇ ਤੂੰ ਸਭ ਨੂੰ ਯਾਦ ਕਰਦਾ, ਸਭ ਦੀ ਸੰਭਾਲ ਕਰਦਾ। ਮੁੱਖ ਅਰਥ ਇਹੀ ਹੈ ਵੀ ਉਸ ਵਾਹਿਗੁਰੂ ਦੇ ਸੱਚਖੰਡ ਤੋਂ ਆ ਕੇ ਸ਼ਬਦ ਜੋ ਉਚਾਰਨ ਕੀਤਾ। ਬਾਕੀ ਤੇ ਠੀਕ ਹੈ, ਵਿਦਵਾਨਾਂ ਨੇ ਵੱਖੋ ਵੱਖਰੇ ਅਰਥ ਜ਼ਰੂਰ ਲਾਏ ਨੇ ਦਰ ਘਰ ਦੇ, ਪਰ ਅਸਲੀ ਇਹ ਜਿਹੜਾ ਉਹ ਦਰਗਾਹੀ ਦਰ ਘਰ ਦਾ ਹੀ ਜ਼ਿਕਰ ਇਹਦੇ ਵਿੱਚ ਹੋਇਆ ਹੈ। ਹੇ ਵਾਹਿਗੁਰੂ ਜੀ, ਜਿਹੜਾ ਤੇਰਾ ਦਰਗਾਹੀ ਦਰ ਹੈ ਤੇ ਘਰ ਹੈ, ਕਿਹੋ ਜਿਹਾ ਹੈ? ਇਹਦੇ ਬਾਰੇ ਕੁਝ ਵੀ ਕਹਿਣਾ ਬੜੀ ਔਖੀ ਗੱਲ ਹੈ ਤੇ ਬਹੁਤ ਵਿਸਮੈ ਜਨਕ ਹੈ। ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਇਹ ਵਾਹਿਗੁਰੂ ਜੀ, ਤੇਰੇ ਦਰ ਦੇ ਉੱਪਰ ਕੀ ਕੁਛ ਹੋ ਰਿਹਾ ਹੈ? ਵਾਜੇ ਤੇਰੇ ਨਾਦ ਅਨੇਕ ਅਸੰਖਾ। ਹੇ ਵਾਹਿਗੁਰੂ, ਤੇਰੇ ਦਰ ਉੱਤੇ ਅਨੇਕਾਂ ਤਰ੍ਹਾਂ ਦੇ ਨਾਦ, ਸ਼ਬਦ, ਸੰਗੀਤਕ ਧੁਨਾਂ ਦੇ ਸ਼ਬਦ ਤੇ ਵਾਜੇ ਵੱਜ ਰਹੇ ਨੇ। ਵਾਜੇ ਤੇਰੇ ਨਾਦ ਅਨੇਕ ਅਸੰਖਾ। ਅਨੇਕ ਸ਼ਬਦ ਨੂੰ ਵਾਜਿਆਂ ਨਾਲ ਜੋੜੋ ਤੇ ਅਸੰਖ ਸ਼ਬਦ ਨੂੰ ਨਾਦ ਦੇ ਨਾਲ ਜੋੜ ਦਿਓ। ਹੇ ਵਾਹਿਗੁਰੂ, ਤੇਰੇ ਦਰ ਤੇ ਅਨੇਕਾਂ ਤਰ੍ਹਾਂ ਦੇ ਵਾਜੇ ਵੱਜ ਰਹੇ ਨੇ ਤੇ ਅਸੰਖਾ ਅਣਗਿਣਤ ਪ੍ਰਕਾਰ ਦੀਆਂ ਨਾਦ ਸੰਗੀਤਕ ਧੁਨਾਂ ਨਿਕਲ ਰਹੀਆਂ ਨੇ। ਕੀਤੇ ਤੇਰੇ ਵਾਵਣ ਹਾਰੇ। ਹੇ ਵਾਹਿਗੁਰੂ ਜੀ, ਕਿੰਨੇ ਹੀ ਉੱਥੇ ਵਜੰਤਰੀ ਨੇ ਜਿਹੜੇ ਉਹਨਾਂ ਸਾਜ਼ਾਂ ਨੂੰ ਵਜਾਉਣ ਵਾਲੇ ਨੇ, ਕਿਉਂਕਿ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੀਰਤਨ ਹੋ ਰਿਹਾ ਹੈ। ਇਹ ਇੱਕ ਬ੍ਰਹਮੰਡੀ ਕੀਰਤਨ ਦਾ ਨਕਸ਼ਾ ਗੁਰੂ ਮਹਾਰਾਜ ਨੇ ਸੁਦਰ ਦੇ ਵਿੱਚ ਖਿੱਚਿਆ ਹੈ ਵੀ ਉਹ ਵਾਹਿਗੁਰੂ ਦਾ ਕਿਹੋ ਜਿਹਾ ਦਰ ਘਰ ਹੈ। ਬਈ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਕੀਰਤਨ ਦੀਆਂ ਧੁਨਾਂ ਗੂੰਜ ਰਹੀਆਂ ਨੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਅਨੇਕਾਂ ਤਰ੍ਹਾਂ ਦੇ ਉੱਥੇ ਵਾਜੇ ਵੱਜ ਰਹੇ ਨੇ ਤੇ ਅਣਗਿਣਤ ਤਰ੍ਹਾਂ ਦੀਆਂ ਧੁਨਾਂ ਨਿਕਲ ਰਹੀਆਂ ਨੇ। ਹੇ ਵਾਹਿਗੁਰੂ ਜੀ, ਤੇਰੇ ਦਰ ਤੇ ਕਿੰਨੇ ਹੀ ਉਹਨਾਂ ਨੂੰ ਵਜਾਉਣ ਵਾਲੇ ਹਨ। ਕੀਤੇ ਤੇਰੇ ਰਾਗ ਪਰਿਸੋ ਕਹੀਐ, ਕੀਤੇ ਤੇਰੇ ਗਾਵਣ ਹਾਰੇ। ਹੇ ਵਾਹਿਗੁਰੂ ਜੀ, ਉੱਥੇ ਕਿੰਨੇ ਹੀ ਰਾਗ, ਪਰੀ ਦਾ ਅਰਥ ਹੈ ਰਾਗਣੀਆਂ, ਕਿੰਨੇ ਰਾਗ ਪਰਿਸੋਂ ਕਹੀਐ, ਪਰੀਆਂ ਰਾਗਣੀਆਂ ਦੇ ਸਮੇਤ ਤੇਰੇ ਜਸ ਨੂੰ ਉਚਾਰਨ ਕਰਦੇ ਆਖੀਦੇ ਨੇ। ਇਹਦਾ ਮਤਲਬ ਇਹ ਹੈ 6 ਮੁੱਖ ਰਾਗ ਨੇ ਤੇ 5 ਉਹਨਾਂ ਦੀਆਂ ਰਾਗਣੀਆਂ ਨੇ ਤੇ 8 ਉਹਨਾਂ ਦੇ ਪੁੱਤਰ ਨੇ, ਜਿਨ੍ਹਾਂ ਦਾ ਰਾਗ ਮਾਲਾ ਦੇ ਵਿੱਚ ਅੱਗੇ ਚੱਲ ਕੇ ਜ਼ਿਕਰ ਕੀਤਾ ਗਿਆ ਹੈ। ਇਹ ਜਿੰਨੇ ਵੀ ਰਾਗ ਤੇ ਰਾਗਣੀਆਂ ਨੇ, ਇਹ ਸਾਰੇ ਹੀ ਤੇਰੇ ਜਸ ਨੂੰ ਉਚਾਰਨ ਕਰਦੇ ਨੇ। ਕੀਤੇ ਤੇਰੇ ਰਾਗ ਪਰਿਸੋ ਕਹੀਐ। ਕਿੰਨੇ ਹੀ ਤੇਰੇ ਦਰ ਦੇ ਉੱਤੇ ਰਾਗ ਪਰੀਆਂ ਦੇ ਸਮੇਤ ਤੇ ਤੇਰੇ ਜਸ ਨੂੰ ਗਾ ਰਹੇ ਨੇ ਤੇ ਉਹਨਾਂ ਦੇ ਬਾਰੇ ਕਹੀਐ ਬਿਆਨ ਕੀਤਾ ਜਾਂਦਾ ਹੈ। ਉਹ ਕਿਤਨੇ ਹੀ ਪ੍ਰਕਾਰ ਦੇ ਰਾਗ ਰਾਗਣੀਆਂ ਨੇ,
ਜਿਹੜੇ ਆਪਣੇ ਪਰਿਵਾਰਾਂ ਸਮੇਤ ਤੇਰੇ ਜਸ ਨੂੰ ਗਾ ਰਹੇ ਨੇ ਤੇ ਤੇਰੀ ਸਿਫਤ ਸਲਾਹ ਕਰ ਰਹੇ ਹਨ। ਗਾਵਨ ਤੁਧਨੋ ਪੌਣ ਪਾਣੀ ਬੈਸੰਤਰ, ਗਾਵੇ ਰਾਜਾ ਧਰਮ ਦੁਆਰੇ। ਤੇ ਮਹਾਰਾਜ ਸਾਨੂੰ ਹੁਣ ਕਿਰਪਾ ਕਰਕੇ ਦੱਸੋ ਵੀ ਗਾਉਣ ਵਾਲੇ ਕੌਣ ਨੇ? ਉਸ ਵਾਹਿਗੁਰੂ ਦੇ ਦਰ ਘਰ ਦੇ ਵਿੱਚ ਉਹਦੀ ਸਿਫਤ ਸਲਾਹ ਕਰਨ ਵਾਲੇ ਕੌਣ ਨੇ? ਲੋ ਸਤਿਗੁਰੂ ਦੀ ਕਿੰਨੀ ਵਿਸ਼ਾਲ ਦ੍ਰਿਸ਼ਟੀ ਹੈ। ਕਹਿੰਦੇ ਨੇ ਗਾਵਨ ਤੁਧਨੂੰ ਪਾਉਣ ਪਾਣੀ ਬੈਸੰਤਰ, ਹੇ ਵਾਹਿਗੁਰੂ ਜੀ ਵੀ ਤੈਨੂੰ ਪਾਉਣ ਦੇਵਤਾ ਵੀ ਤੇ ਪਾਣੀ ਦੇਵਤਾ ਵੀ, ਵਰਨ ਦੇਵਤਾ ਵੀ ਤੇ ਬੈਸੰਤਰ ਜੋ ਅਗਨ ਦੇਵਤਾ ਹੈ ਇਹ ਵੀ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵਨ ਤੁਧਨੂੰ ਪਾਉਣ ਪਾਣੀ ਬੈਸੰਤਰ, ਹੇ ਵਾਹਿਗੁਰੂ ਜੀ ਹਵਾ ਵੀ, ਪਾਣੀ ਵੀ, ਅੱਗ ਵੀ ਇਹ ਸਾਰੇ ਤੇਰੇ ਜਸ ਨੂੰ ਗਾ ਰਹੇ ਹਨ। ਗਾਵੇ ਰਾਜਾ ਧਰਮ ਦੁਆਰੇ, ਜਿਹੜਾ ਗਾਵੇ ਰਾਜਾ ਧਰਮ ਵੀ, ਧਰਮ ਰਾਜਾ ਜਿਹੜਾ ਦਰਗਾਹ ਦਾ ਸੁਪਰਡੈਂਟ ਹੈ ਉਹ ਵੀ ਤੇਰੇ ਦੁਆਰੇ ਦਰ ਤੇ ਖੜਾ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਗਾਵਨ ਤੁਧਨੂੰ ਚਿਤ ਗੁਪਤ ਲਿਖ ਜਾਣਨ, ਜਿਹੜੇ ਚਿੱਤਰ ਗੁਪਤ ਨੇ, ਜਿਹੜੇ ਹਰ ਜੀਵ ਦਾ ਹਿਸਾਬ ਕਿਤਾਬ ਲਿਖਣਾ ਜਾਣਦੇ ਨੇ ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ। ਜਿੱਥੋਂ ਤੱਕ ਚਿੱਤਰ ਗੁਪਤ ਦਾ ਸਵਾਲ ਹੈ, ਇਹਦੇ ਬਾਰੇ ਜਿਹੜੇ ਪੌਰਾਣਿਕ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਮਿਲਦਾ ਹੈ ਵੀ ਜਦੋਂ ਵਾਹਿਗੁਰੂ ਨੇ ਬ੍ਰਹਮਾ ਨੂੰ ਸ੍ਰਿਸ਼ਟੀ ਸਾਜਣ ਦਾ ਹੁਕਮ ਕੀਤਾ ਤੇ ਬ੍ਰਹਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਤੇ ਜਦੋਂ ਫਿਰ ਸਾਰੇ ਜੀਵਾਂ ਨੂੰ ਪੈਦਾ ਕਰ ਲਿਆ ਤੇ ਫਿਰ ਬ੍ਰਹਮਾ ਨੂੰ ਫਿਕਰ ਪੈ ਗਿਆ ਵੀ ਹੁਣ ਇਹਨਾਂ ਜੀਵਾਂ ਦੇ ਕਰਮਾਂ ਦਾ ਹਿਸਾਬ ਕਿਤਾਬ ਕੌਣ ਕਰੇਗਾ, ਕਿਵੇਂ ਹੋਵੇਗਾ। ਤੇ ਉਹਨੇ ਈਸ਼ਵਰ ਨੂੰ, ਅਕਾਲ ਪੁਰਖ ਨੂੰ ਯਾਦ ਕੀਤਾ ਤਾਂ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਚਿੱਤਰ ਗੁਪਤ ਨੂੰ ਭੇਜਿਆ ਤੇ ਕਹਿਣ ਲੱਗੇ ਵੀ ਇਹ ਹੁਣ ਇਸ ਕੰਮ ਦੇ ਵਿੱਚ ਤੇਰੀ ਸਹਾਇਤਾ ਕਰਨਗੇ, ਜਿੰਨਾ ਵੀ ਜੀਵਾਂ ਦਾ ਕਰਮਾਂ ਦਾ ਹਿਸਾਬ ਕਿਤਾਬ ਆ ਇਹ ਲਿਖਿਆ ਕਰਨਗੇ। ਔਰ ਦੱਸਦੇ ਨੇ ਉਹ ਚਿੱਤਰ ਗੁਪਤ ਹਰ ਜੀਵ ਦੇ ਨਾਲ ਰਹਿੰਦੇ ਨੇ। ਕਈਆਂ ਨੇ ਇੱਥੋਂ ਤੱਕ ਵੀ ਲਿਖਿਆ ਹੈ ਬਈ ਸੱਜੇ ਮੋਢੇ ਉੱਤੇ ਚਿੱਤਰ ਬੈਠਾ, ਖੱਬੇ ਤੇ ਗੁਪਤ ਬੈਠਾ। ਜੋ ਵੀ ਅਸੀਂ ਕੰਮਕਾਰ ਕਰਦੇ ਹਾਂ, ਚਾਹੇ ਦਿਨੇ ਕਰਦੇ ਹਾਂ, ਚਾਹੇ ਰਾਤ ਕਰਦੇ ਹਾਂ, ਚਾਹੇ ਸਾਹਮਣੇ ਕਰਦੇ ਹਾਂ ਲੋਕਾਂ ਦੇ ਤੇ ਚਾਹੇ ਪਰਦੇ ਵਿੱਚ ਕਰਦੇ ਹਾਂ, ਇਹ ਸਾਰਾ ਕੁਝ ਲਿਖੀ ਜਾਂਦੇ ਨੇ। ਚਿੱਤ ਗੁਪਤ ਇਸ ਲਈ ਚਿੱਤਰ ਗੁਪਤ ਨੇ, ਇਹ ਵੀ ਦੇਵਤੇ ਮੰਨੇ ਹੋਏ ਨੇ। ਜਿਹੜੇ ਚਿੱਤਰ ਗੁਪਤ ਦੇਵਤੇ ਨੇ, ਜਿਹੜੇ ਹਰ ਜੀਵ ਦਾ ਹਿਸਾਬ ਕਿਤਾਬ ਲਿਖਣਾ ਜਾਣਦੇ ਨੇ, ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਅਥਵਾ ਕੁਛ ਨਵੇਂ ਵਿਦਵਾਨਾਂ ਨੇ ਚਿੱਤਰ ਗੁਪਤ ਦੇ ਅਰਥ ਨਵੇਂ ਢੰਗ ਦੇ ਨਾਲ ਵੀ ਕੀਤੇ ਨੇ। ਉਹ ਕਹਿੰਦੇ ਨੇ ਗਾਵਨ ਤੁਧਨੂੰ ਚਿੱਤ ਗੁਪਤ ਲਿਖ ਜਾਣਨ, ਵੀ ਕਹਿੰਦੇ ਇੱਕ ਤਾਂ ਹੁੰਦਾ ਪ੍ਰਗਟ ਚਿੱਤਰ, ਉਹ ਹੈ ਜੋ ਮਨੁੱਖ ਸਰੀਰ ਦੇ ਨਾਲ ਕੋਈ ਵੀ ਕਰਤੱਵ ਕਰ ਰਿਹਾ ਹੈ, ਇਹ ਪ੍ਰਤੱਖ ਚਿੱਤਰ ਹੈ। ਇੱਕ ਗੁਪਤ ਚਿੱਤਰ ਵੀ ਹੈ। ਉਹ ਗੁਪਤ ਚਿੱਤਰ ਕੀ ਹੈ? ਜੋ ਸਾਡੇ ਅੰਦਰ ਸੰਸਕਾਰ ਨੇ ਉਹ ਗੁਪਤ ਨੇ ਨਾ, ਸਾਡੇ ਮਨ ਦੇ ਜਿਹੜੇ ਖਿਆਲ ਨੇ ਉਹ ਗੁਪਤ ਨੇ। ਸਾਡਾ ਚਿੱਤ ਚਰਿੱਤਰ ਪ੍ਰਗਟ ਹੈ ਤੇ ਸਾਡੇ ਸੰਸਕਾਰ ਗੁਪਤ ਨੇ। ਤੇ ਉਹਦਾ ਉਹਨਾਂ ਨੇ ਇਹ ਵੀ ਅਰਥ ਕੀਤਾ ਹੈ ਵੀ ਗਾਵਨ ਤੁਧਨੂੰ ਚਿੱਤ ਗੁਪਤ ਲਿਖ ਜਾਣਨ, ਵੀ ਹੇ ਵਾਹਿਗੁਰੂ ਜੀ ਕਿੰਨੇ ਹੀ ਉਹ ਲੋਕ ਜਿਹੜੇ ਬਾਹਰਲੇ ਚਰਿੱਤਰ ਦੁਆਰਾ, ਮੁਖ ਦੁਆਰਾ ਤੇਰੇ ਜਸ ਨੂੰ ਗਾਉਂਦੇ ਨੇ, ਤੇ ਕਈ ਜਿਹੜੇ ਗੁਪਤ ਢੰਗ ਦੇ ਨਾਲ ਜੋ ਆਪਣੇ ਅੰਦਰ ਹੀ ਤੇਰਾ ਸਿਮਰਨ ਕਰਦੇ ਨੇ ਤੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਪਰ ਇਹ ਜਿਹੜਾ ਅਰਥ ਹੈ ਨਾ ਥੋੜਾ ਜਿਹਾ ਖਿੱਚ ਕੇ ਕੀਤਾ ਜਾਂਦਾ ਹੈ। ਵੈਸੇ ਚਿੱਤ ਗੁਪਤ, ਚਿੱਤਰ ਗੁਪਤ ਦਾ ਨਾਮ ਹੈ। ਗੁਰਬਾਣੀ ਵਿੱਚ ਹੋਰ ਥਾਂ ਤੇ ਵੀ ਇਹਨਾਂ ਦਾ ਜ਼ਿਕਰ ਆਇਆ ਹੈ। ਇਸ ਲਈ ਗਾਵਨ ਤੁਧਨੂੰ ਚਿੱਤ ਗੁਪਤ ਲਿਖ ਜਾਣਨ, ਵੀ ਚਿੱਤਰ ਗੁਪਤ ਜਿਹੜਾ ਹਰ ਜੀਵ ਦੇ ਕਰਮਾਂ ਦਾ ਲੇਖਾ ਲਿਖਣਾ ਜਾਣਦੇ ਨੇ ਤੇ ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਲਿਖ ਲਿਖ ਧਰਮ ਵਿਚਾਰੇ, ਤੇ ਧਰਮ ਦਾ ਅਰਥ ਹੈ ਧਰਮ ਰਾਜ। ਜਦੋਂ ਹਰ ਜੀਵ ਦਰਗਾਹ ਦੇ ਵਿੱਚ ਜਾਂਦਾ ਹੈ, ਚਿੱਤਰ ਗੁਪਤ ਹਰ ਜੀਵ ਦਾ ਜੋ ਲੇਖਾ ਲਿਖਿਆ ਹੁੰਦਾ ਹੈ ਉਹਦੀ ਵਹੀ ਧਰਮਰਾਜ ਨੂੰ ਦਿੰਦੇ ਨੇ ਤੇ ਧਰਮਰਾਜ ਫਿਰ ਉਹਨੂੰ ਲਿਖ ਲਿਖ ਕੇ ਸਾਰੇ ਕਰਮਾਂ ਨੂੰ ਉਹਨਾਂ ਦੀ ਵਿਚਾਰ ਕਰਦਾ। ਜਿਵੇਂ ਜਪਜੀ ਸਾਹਿਬ ਬਾਣੀ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਅਖੀਰ ਤੇ ਸ਼ਲੋਕ ਲਿਖਿਆ ਹੈ, ਉਹਦੇ ਵਿੱਚ ਵੀ ਹਜ਼ੂਰ ਨੇ ਜ਼ਿਕਰ ਕੀਤਾ ਹੈ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਦੂਰ।
ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਵੀ ਧਰਮਰਾਜ ਦੀ ਕਚਹਿਰੀ ਵਿੱਚ ਜੋ ਮਨੁੱਖ ਚੰਗਿਆਈਆਂ ਕਰਦਾ ਹੈ ਤੇ ਬੁਰਾਈਆਂ ਕਰਦਾ ਹੈ, ਉਹਨਾਂ ਨੂੰ ਉਹ ਵਾਚਦਾ ਹੈ, ਉਹਨਾਂ ਦਾ ਅਧਿਐਨ ਕਰਦਾ ਹੈ। ਭਾਵ ਜੋ ਚਿੱਤਰ ਗੁਪਤ ਦਾ ਲੇਖਾ ਲਿਖਿਆ ਹੁੰਦਾ ਤੇ ਉਹਨੂੰ ਦੁਬਾਰਾ ਲਿਖ ਕੇ ਵੀ ਇਹ ਠੀਕ ਲਿਖਿਆ ਕਿ ਗਲਤ ਹੈ, ਤੇ ਫਿਰ ਉਹਦੀ ਅੱਗੇ ਧਰਮਰਾਜ ਵਿਚਾਰ ਕਰਦਾ ਹੈ, ਉਹ ਵੀ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਈਸ਼ਰ ਦਾ ਅਰਥ ਹੈ ਸ਼ਿਵ ਜੀ, ਤੇ ਬ੍ਰਹਮਾ ਤੇ ਦੇਵੀ ਦਾ ਅਰਥ ਇੱਥੇ ਪ੍ਰਕਰਨ ਦੇ ਅਨੁਸਾਰ ਵਿਸ਼ਨੂੰ ਦਾ ਵੀ ਵਾਚਕ ਹੈ, ਕਿਉਂਕਿ ਇਹ ਤਿੰਨ ਦੇਵਤੇ ਪ੍ਰਧਾਨ ਨੇ, ਬ੍ਰਹਮਾ, ਵਿਸ਼ਨੂੰ, ਸ਼ਿਵ। ਇਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਦੇਵੀ ਦਾ ਅਰਥ ਵੀ ਇਹ ਵੀ ਦੇਵਤਿਆਂ ਦੇ ਪੂਜਨ ਯੋਗ, ਇਸ ਲਈ ਉਹ ਵਿਸ਼ਨੂੰ ਦਾ ਅਰਥ ਲਿਆ ਗਿਆ ਹੈ। ਤੇ ਦੂਸਰਾ ਅਰਥ ਦੇਵੀ ਦਾ ਅਰਥ ਦੇਵੀਆਂ ਵੀ ਕੀਤਾ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ। ਹੇ ਵਾਹਿਗੁਰੂ ਜੀ, ਸ਼ਿਵ ਜੀ ਵੀ ਤੇ ਬ੍ਰਹਮਾ ਵੀ, ਤੇ ਜਿਹੜੀਆਂ ਇਹਨਾਂ ਦੀਆਂ ਸ਼ਕਤੀਆਂ ਨੇ, ਜਿਵੇਂ ਸ਼ਿਵ ਜੀ ਦੀ ਪਾਰਵਤੀ ਹੈ ਤੇ ਬ੍ਰਹਮਾ ਦੀ ਸਵਿਤਰੀ ਹੈ ਤੇ ਵਿਸ਼ਨੂੰ ਦੀ ਲక్ష్ਮੀ ਹੈ, ਇਹ ਦੇਵੀਆਂ ਵੀ ਤੇਰੇ ਜਸ ਨੂੰ ਗਾਉਂਦੀਆਂ ਨੇ। ਸੋਹਣ ਤੇਰੇ ਸਦਾ ਸਵਾਰੇ। ਹੇ ਵਾਹਿਗੁਰੂ ਜੀ, ਇਹ ਤੇਰੇ ਦਰ ਦੇ ਉੱਤੇ ਸਵਾਰ ਕੇ ਤੇਰੇ ਜਸ ਨੂੰ ਗਾਉਂਦੇ ਨੇ ਤੇ ਹਮੇਸ਼ਾ ਲਈ ਸੋਹਣ ਸ਼ੋਭਾ ਨੂੰ ਪ੍ਰਾਪਤ ਕਰ ਰਹੇ ਹਨ। ਗਾਵਨ ਤੁੰਦਰੋਂ ਇੰਦਰ ਇੰਦਰਾਸਨ ਬੈਠੇ, ਦੇਵਤਿਆਂ ਦਰ ਨਾਲੇ। ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ। ਇੰਦਰ ਦੇਵਤਿਆਂ ਦੇ ਪਾਤਸ਼ਾਹ ਨੂੰ ਆਖਿਆ। ਇੰਦਰ ਵੀ ਇੱਕ ਨਹੀਂ, ਕਿਉਂਕਿ ਕਲਗੀਧਰ ਪਾਤਸ਼ਾਹ ਦਾ ਫਰਮਾਨ ਹੈ, ਕਾਲ ਪੁਰਖ ਕੀ ਦੇਹ ਮੋਹ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕੀਤੇ ਰਵ ਸਸ ਕਰੋੜ ਜਲੇ। ਸੋ ਕਰੋੜਾਂ ਹੀ ਨੇ ਇੰਦਰ ਵੀ। ਗਾਵਨ ਤੁਧਨੋਂ ਇੰਦਰ ਇੰਦਰਾਸਨ ਬੈਠੇ। ਜਿਹੜੇ ਇੰਦਰ ਨੇ, ਇੰਦਰ ਦੇ ਆਸਨ ਤਖਤ ਤੇ ਬੈਠੇ, ਉਹ ਵੀ ਤੇਰੇ ਜਸ ਨੂੰ ਗਾ ਰਹੇ ਨੇ। ਦੇਵਤਿਆਂ ਦਰ ਨਾਲੇ, ਉਹ ਦੇਵਤਿਆਂ ਨੂੰ ਨਾਲ ਲੈ ਕੇ ਤੇਰੇ ਦਰ ਤੇ ਖੜੇ ਨੇ, ਕਿਉਂਕਿ ਉਹ ਇੰਦਰ ਦੇਵਤਿਆਂ ਦਾ ਪਾਤਸ਼ਾਹ ਹੈ। ਉਹ ਹੋਰ ਦੇਵਤਿਆਂ ਨੂੰ ਨਾਲ ਲੈ ਕੇ ਤੇਰੇ ਦਰ ਤੇ ਖੜਾ, ਉਹ ਵੀ ਤੇਰੇ ਜਸ ਨੂੰ ਗਾ ਰਿਹਾ ਹੈ। ਗਾਵਨ ਤੁਧਨੋ ਸਿਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਲੋ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਕਿੰਨੇ ਹੀ ਜਿਹੜੇ ਸਿੱਧ ਸ਼ਕਤੀ ਵਾਲੇ ਸਿੱਧ ਪੁਰਸ਼ ਨੇ ਤੇ ਸਮਾਧੀਆਂ ਲਾਉਣ ਵਾਲੇ ਵੱਡੇ ਵੱਡੇ ਰਿਸ਼ੀ ਮੁਨੀ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਕਿਵੇਂ ਗਾਉਂਦੇ ਨੇ? ਗਾਵਨ ਤੁਧਨੋ ਸਿੱਧ ਸਮਾਧੀ ਅੰਦਰ। ਉਹ ਜਦੋਂ ਸਿੱਧ ਸਮਾਧੀ ਵਿੱਚ ਬੈਠਦੇ ਨੇ ਤੇ ਉਸ ਵੇਲੇ ਜੋ ਕੁਛ ਉਹਨਾਂ ਨੂੰ ਅਨੁਭਵ ਸਫੁਰਨ ਹੁੰਦਾ ਹੈ, ਉਹਦੇ ਆਧਾਰ ਤੇ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋਂ ਸਾਧ ਵਿਚਾਰੇ। ਹੇ ਵਾਹਿਗੁਰੂ ਜੀ, ਜਿਹੜੇ ਸਾਧੂ ਲੋਕ ਨੇ, ਮਹਾਤਮਾ ਲੋਕ ਨੇ, ਉਹ ਵੀ ਵਿਚਾਰੇ ਦਾ ਅਰਥ ਵੀ ਵਿਚਾਰ ਕੇ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਜਤੀ ਸਦੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਲੋਕ ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਨਨੇ ਜਤੀ ਦਾ ਅਰਥ ਬ੍ਰਹਮਚਾਰੀ ਨੇ, ਸਤੀ ਸਤ ਪਰਤੱਗੀ ਨੇ, ਤੇ ਸੰਤੋਖੀ ਜਿਹੜੇ ਸਬਰ ਸ਼ੁਕਰ ਵਾਲੇ ਭਗਤ ਲੋਕ ਨੇ, ਗਾਵਨ ਤੁਧਨੋ, ਉਹ ਵੀ ਤੇਰੇ ਜਸ ਨੂੰ ਗਾਉਂਦੇ ਨੇ। ਗਾਵਨ ਤੁਧਨੋ ਵੀਰ ਕਰਾਰੇ। ਹੇ ਵਾਹਿਗੁਰੂ ਜੀ, ਕਰਾਰੇ ਦਾ ਅਰਥ ਵੀ ਜਿਹੜੇ ਕਰਾਰੇ ਹੱਥਾਂ ਵਾਲੇ ਵੀਰ ਸੂਰਮੇ ਨੇ, ਜਿਨ੍ਹਾਂ ਦੇ ਹੱਥਾਂ ਵਿੱਚ ਬਲ ਹੈ, ਤਾਕਤ ਹੈ, ਬੜੇ ਕਰਾਰੇ ਹੱਥਾਂ ਵਾਲੇ, ਜਿਵੇਂ ਕਿ ਤੈਨੂੰ ਕਰਾਰੇ ਹੱਥ ਵਿਖਾਵਾਂਗੇ। ਗਾਵਨ ਤੁਧਨੋਂ ਵੀਰ ਕਰਾਰੇ। ਜਿਹੜੇ ਕਰਾਰੇ ਹੱਥ ਵਿਖਾਉਣ ਵਾਲੇ ਵੀਰ ਸੂਰਮੇ ਨੇ, ਹੇ ਵਾਹਿਗੁਰੂ ਜੀ, ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਗਾਵਨ ਤੁਧਨੋ ਪੰਡਤ ਪੜੇ ਰੱਖੀ ਸੁਰ, ਜੁਗ ਜੁਗ ਬੇਦਾ ਨਾਲੇ। ਲੋ ਹਜ਼ੂਰ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਗਾਵਨ ਤੁਧਨੋਂ ਪੰਡਤ ਪੜੇ ਰੱਖੀ ਸੁਰ। ਉੱਥੇ ਪੜਨ ਪਾਠ ਹੈ, ਇੱਥੇ ਪੜੇ ਆਇਆ, ਇਹ ਥੋੜਾ ਅੰਤਰ ਹੈ। ਗਾਵਨ ਤੁਧਨੋਂ ਪੰਡਤ ਪੜੇ ਰੱਖੀ ਸਰ। ਸਤਿਗੁਰੂ ਜੀ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਜਿਹੜੇ ਬੜੇ ਬੜੇ ਪੰਡਤ ਵਿਦਵਾਨ ਨੇ ਤੇ ਬੜੇ ਬੜੇ ਜਿਹੜੇ ਪੜ੍ਹੇ ਹੋਏ ਮਨੁੱਖ ਨੇ, ਪੜ੍ਹੇ ਲਿਖੇ, ਤੇ ਰਖੀਸਰ ਜਿਹੜੇ ਬੜੇ ਬੜੇ ਰਿਸ਼ੀ ਰਾਜ ਨੇ, ਉਹ ਵੀ ਤੇਰੇ ਜਸ ਨੂੰ ਗਾਉਂਦੇ ਹਨ। ਜੁਗ ਜੁਗ ਵੇਦਾਂ ਨਾਲੇ, ਤੇ ਜੁਗਾਂ ਜੁਗਾਂ ਦੇ ਵੇਦਾਂ ਨੂੰ ਨਾਲ ਲੈ ਕੇ, ਕਿਉਂਕਿ 4 ਯੁਗ ਨੇ ਤੇ 4 ਹੀ ਵੇਦ ਨੇ, ਸ਼ਾਮ ਵੇਦ ਰਿਗ ਜੁਜਰ ਅਥਰਵਣ। ਇਹਨਾਂ 4 ਵੇਦਾਂ ਦੇ ਸਿਧਾਂਤ ਨੂੰ ਨਾਲ ਲੈ ਕੇ ਉਹ ਸਾਰੇ ਤੇਰੇ ਜਸ ਨੂੰ ਗਾਉਂਦੇ ਹਨ।
ਗਾਉਨ ਤੁਧਨੋ ਮੋਹਣੀਆਂ ਮਨ ਮੋਹਨ ਸੁਰਗ ਮਚ ਪਿਆਲੇ। ਇਹ ਵਾਹਿਗੁਰੂ ਜੀ ਜਿਹੜੀਆਂ ਮਨ ਨੂੰ ਮੋਹਿਤ ਕਰਨ ਵਾਲੀਆਂ ਮੋਹਣੀਆਂ ਇਸਤਰੀਆਂ ਨੇ ਉਹ ਵੀ ਤੇਰੇ ਜਸ ਨੂੰ ਗਾ ਰਹੀਆਂ ਨੇ। ਕਿੱਥੋਂ ਕਿੱਥੋਂ ਦੀਆਂ? ਸੁਰਗ ਮੱਛ ਪਿਆਲੇ, ਜਿਹੜੀਆਂ ਸਵਰਗ ਵਿੱਚ ਰਹਿੰਦੀਆਂ ਨੇ। ਸਵਰਗ ਵਿੱਚ ਰਹਿਣ ਵਾਲੀਆਂ ਇਸਤਰੀਆਂ ਨੂੰ ਪਰੀਆਂ ਜਾਂ ਅਪਸ਼ਰਾਂ ਕਿਹਾ ਜਾਂਦਾ ਹੈ, ਤੇ ਮੱਛ ਜਿਹੜੀਆਂ ਮਾਤ ਲੋਕ ਦੇ ਵਿੱਚ ਰਹਿਣ ਵਾਲੀਆਂ ਨੇ, ਤੇ ਪਿਆਲੇ ਜਿਹੜੀਆਂ ਪਤਾਲ ਵਿੱਚ ਰਹਿਣ ਵਾਲੀਆਂ ਨੇ ਉਹਨਾਂ ਨੂੰ ਨਾਗਣੀਆਂ ਕਿਹਾ ਹੈ। ਤੇ ਇਸ ਤਰ੍ਹਾਂ ਇਹ ਜਿਹੜੀਆਂ ਜਿੰਨੀਆਂ ਵੀ ਇਸਤਰੀਆਂ ਨੇ ਮਨ ਨੂੰ ਮੋਹਿਤ ਕਰਨ ਵਾਲੀਆਂ, ਇਹ ਵੀ ਹੈ ਵਾਹਿਗੁਰੂ ਤੇਰੇ ਜਸ ਨੂੰ ਗਾ ਰਹੀਆਂ ਹਨ।